ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿੱਥੇ ਪਹਿਲਾਂ ਆਪਸੀ ਹੋਈ, ਫਿਰ ਸੀਐਮ ਨਾਲ ਹੋਈ। ਉਸ ਤੋਂ ਬਾਅਦ ਦੂਸਰੀ ਵਾਰ ਅਸੀਂ ਮੀਟਿੰਗ ਕਰਨ ਤੋਂ ਬਾਅਦ ਸਾਡੇ ਪੰਜਾਬ ਦੇ ਕਲਾਕਾਰ, ਲਿਖਾਰੀ, ਗੀਤਕਾਰ ਤੇ ਗੀਤ ਗਾਉਣ ਵਾਲੇ ਜਿਹਨੂੰ ਕਲਾਕਾਰ ਕਹਿੰਦੇ ਹਾਂ ਅਸੀਂ, ਉਹ ਸਾਡੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ। ਔਰ ਮੀਟਿੰਗ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਮੈਂ ਇੰਨਾ ਗੱਲ ਕਰਕੇ ਅੱਗੇ ਇਹਨਾਂ ਨੂੰ ਹੈਂਡਓਵਰ ਕਰੂੰਗਾ ਕਿ ਸਾਡਾ ਇਹ ਤੈਅ ਹੋਇਆ ਕਿ ਪੰਜਾਬ ਦੇ ਕਿਸਾਨਾਂ ਦੀ ਇਸ ਲੜਾਈ ਨੂੰ ਅਸੀਂ ਰਲ ਕੇ ਲੜਾਂਗੇ। ਇਹ ਮੈਂ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਨੇ ਜੋ ਸਾਡੇ ਕੋਲ ਆਏ ਨੇ ਇਹਨਾਂ ਦਾ ਵੀ ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਕਰਦਾ ਹੋਇਆ ਹੁਣ ਇਸ ਜਿਹੜੀ ਪ੍ਰੈਸ ਦੀ ਅਗਲੀ ਕਾਰਵਾਈ ਹੈ ਜਿਹੜੀ ਇਸ ਦੀ ਇਹ ਕਲਾਕਾਰ ਸਾਥੀ ਨੇ ਜਿਹੜੇ ਦੀਪ ਤੂੰ ਕਰੇਂਗੇ ਨਾ। ਹਾਂਜੀ, ਵੀ ਆਲ ਵਿਲ ਡੂ। ਹਾਂ ਸਾਰੇ ਹਾਂਜੀ। ਸੋ ਸ਼ੁਰੂ ਕਰੋ ਜੀ। ਇਹਨਾਂ ਨੇ ਸ਼ੁਰੂ ਬਲਕਿ ਕਲਾਕਾਰ ਜਿਹੜੇ ਨੇ ਸਾਡੇ ਇਹ ਮੇਨਲੀ ਇਹ ਐਡਰੈਸ ਕਰਨਗੇ। ਦੀਪ ਜੁਆਇੰਟਲੀ ਮੂਵ ਕਰਨਾ ਦੱਸ। ਹਾਂਜੀ, ਫੈਸਲੇ ਇਹ ਹੋਏ ਆ ਜੀ ਵੀ ਅਸੀਂ 14 ਮੈਂਬਰੀ ਕਮੇਟੀ ਬਣਾਵਾਂਗੇ ਤੇ ਜਿਹਦੇ ਚ 7 ਮੈਂਬਰ ਕਿਸਾਨ ਜਥੇਬੰਦੀਆਂ ਵੱਲੋਂ ਹੋਣਗੇ, 7 ਮੈਂਬਰ ਸਾਡੇ ਆਰਟ ਨਾਲ ਰਿਲੇਟਡ ਜਿਹੜੇ ਸਾਡੇ ਬੰਦੇ ਆ ਉਹਨਾਂ ਚੋਂ ਹੋਣਗੇ, ਜਾਂ ਕਿਸੇ ਵੀ ਅਸੀਂ ਜਿਹਨੂੰ ਨੋਮੀਨੇਟ ਕਰਾਂਗੇ ਉਹ 7 ਮੈਂਬਰ ਉੱਥੋਂ ਹੋਣਗੇ। ਤੇ ਅਸੀਂ ਜਿਹੜੀ ਇਹ ਲੜਾਈ ਲੜਨੀ ਆ ਉਹ ਵਿਉਂਤਬੰਦੀ ਇਹਦੀ ਸਟ੍ਰੈਟਜੀ ਬਣਾ ਕੇ ਤੇ ਰਲ ਕੇ ਲੜਾਂਗੇ, ਕਿਉਂਕਿ ਲੜਾਈ ਲੰਬੀ ਆ, ਸੰਘਰਸ਼ ਲੰਬਾ। ਜਿਹੜੇ ਸਰਕਾਰ ਨੇ ਜਿਵੇਂ ਕਾਨੂੰਨ ਬਣਾਏ ਆ ਜਾਂ ਹੋਰ ਬਥੇਰੀਆਂ ਜਿਹੜੀਆਂ ਨੀਤੀਆਂ ਉਹਨਾਂ ਦੀਆਂ ਉਹ ਲੋਕਾਂ ਦੇ ਖਿਲਾਫ ਆ, ਉਹ ਸਾਰਿਆਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਊਗਾ। ਹਾਂਜੀ, ਕਲਾਕਾਰ ਨਹੀਂ ਨਾ ਤਾਂ ਤੁਹਾਨੂੰ ਹੁਣ ਸਾਰੇ ਹੀ ਆ ਜੀ। ਅਜੇ ਸਿੱਪੀ ਬਾਈ ਬੈਠੇ ਆ, ਇੱਥੇ ਜਸ ਬਾਈ ਬੈਠਾ, ਇੱਧਰ ਆਪਣੀ ਹਾਂਡਾ ਬੈਠੀ ਆ, ਉਹ ਵੀ ਸਾਡੇ ਨਾਲ ਹੀ ਆ, ਜਿਹੜੇ ਨਹੀਂ ਆਏ ਉਹ ਵੀ ਨਾਲ ਹੀ ਆ। ਹਾਂਜੀ, ਇੱਥੇ ਲੱਖਾ ਬਾਈ ਬੈਠਾ। ਨਹੀਂ, ਸਾਡੀ ਇਹ ਸੋਚ ਨਹੀਂ ਸੀ ਕਿ ਵੀ ਅਸੀਂ ਅਲੱਗ ਤੋਂ ਕਰੀਏ, ਪਰ ਸਾਨੂੰ ਕਿਉਂਕਿ ਸਾਨੂੰ ਸ਼ਾਇਦ ਤਜਰਬਾ ਨਹੀਂ, ਸਾਨੂੰ ਦਿਸ਼ਾ ਨਹੀਂ ਸੀ। ਹੁਣ ਸਾਨੂੰ ਮਤਲਬ ਅਸੀਂ ਜਥੇਬੰਦੀਆਂ ਨਾਲ ਮਿਲੇ ਆ ਤੇ ਸਾਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਸਾਨੂੰ ਤਾਂ ਚੰਗੇ ਸ਼ਿਪ ਲੀਡਰ ਦੀ ਲੋੜ ਆ ਜੋ ਸਾਨੂੰ ਸੇਧ ਦੇ ਸਕੇ। ਔਰ ਜਿੱਥੋਂ ਤੱਕ ਕਲਾਕਾਰਾਂ ਦੀ ਗੱਲ ਰਹੀ, ਸਾਰੇ ਕਲਾਕਾਰ ਭਰਾ ਨੇ, ਸਾਰੇ ਉਹ ਆਪਸ ਸਾਰੇ ਮਤਲਬ ਜੱਟ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਔਰ ਪਿਆਰ ਬਹੁਤ ਆ ਸਭ ਦਾ ਆਪਸ ਦੇ ਵਿੱਚ। ਜਿਹੜਾ ਵੀ ਮੈਸੇਜ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀ ਮੈਂਬਰੀ ਕਮੇਟੀ ਬਣੀ ਹੈ 14 ਮੈਂਬਰੀ, ਉਹ ਜੋ ਮੈਸੇਜ ਆਡੀਅנס ਤੱਕ ਸਾਨੂੰ ਦੇਣਗੇ ਸਾਡੇ ਸੇਧ ਕਰਨ ਵਾਲੇ, ਤੇ ਅਸੀਂ ਉਹ ਆਡੀਅנס ਤੱਕ ਪਹੁੰਚਦਾ ਕਰਾਂਗੇ ਆਪਦੇ ਸੋਸ਼ਲ ਮੀਡੀਆ ਰਾਹੀਂ ਕਿ ਕੀ ਰਣਨੀਤੀਆਂ ਨੇ, ਕਿੱਦਾਂ ਇਸ ਜੰਗ ਨੂੰ ਜਿੱਤਿਆ ਜਾ ਸਕਦਾ। ਇਹਦੇ 'ਚ ਇੱਕ ਛੋਟੀ ਜੀ ਗੱਲ ਐਡ ਕਰਦੇ ਆ ਜੀ। ਜਿਹੜਾ ਸ਼ੰਭੂ 'ਚ ਸੰਘਰਸ਼ ਵਿੱਢਿਆ ਗਿਆ ਉਹ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਹਿੱਤ ਲਈ ਹੀ ਵਿੱਢਿਆ ਗਿਆ। ਸੋ ਸੰਘਰਸ਼ ਜਿੱਥੇ ਵੀ ਹੋਏ ਪੰਜਾਬ 'ਚ, ਜਿਨ੍ਹਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ, ਕੋਈ ਵੀ ਸੰਘਰਸ਼ ਆ ਉਹ ਇਸ ਕਿਸਾਨੀ ਤੋਂ ਬਿਨਾ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾ ਨਹੀਂ ਕੀਤਾ ਜਾਊਗਾ। ਪਰ ਉਹਦੇ 'ਚ ਜਿਹੜੀ ਪ੍ਰਾਇੋਰਟੀ ਆ, ਪੈਰਾਮਾਊਂਟ ਖਦਸ਼ੇ ਆ, ਉਹ ਕਿਸਾਨਾਂ ਦੇ ਇਸ ਵੇਲੇ ਜੋ ਸਰਕਾਰ ਕਰ ਰਹੀ ਆ ਉਹਨੂੰ ਰੱਖਿਆ ਜਾਊਗਾ। ਹਾਂਜੀ, ਕਿਸਾਨ ਅੰਦੋਲਨ 1 ਤਰੀਕ ਤੋਂ ਰੇਲਾਂ ਦੇ ਉੱਪਰ ਹੋਣਗੇ। ਹਾਂਜੀ, ਤੇ ਕੀ ਕਲਾਕਾਰ ਵੀ ਹੁਣ ਰੇਲਾਂ ਦੇ ਉੱਪਰ ਜਾ ਕੇ ਧਰਨੇ ਦੇਣਗੇ? ਹਾਂਜੀ, ਅਸੀਂ ਜਿਵੇਂ ਤੁਹਾਨੂੰ ਕਿਹਾ ਇੱਕ 14 ਮੈਂਬਰੀ ਕਮੇਟੀ ਬਣੂਗੀ, ਸੋ ਉੱਥੇ ਸਾਨੂੰ ਗਾਈਡੈਂਸ ਵੀ ਮਿਲੂਗੀ ਤੇ ਅਸੀਂ ਆਪਦੇ ਪੱਖ ਵੀ ਰੱਖਾਂਗੇ। ਸੋ ਜਿਹੜੀ ਗੱਲ ਸਾਂਝੇ ਤੌਰ ਤੇ ਅਸੀਂ ਉਲੀਕਾਂਗੇ ਉਸੇ ਗੱਲ ਨੂੰ ਅੱਗੇ ਨੌਜਵਾਨੀ 'ਚ ਵੀ ਰੱਖਿਆ ਜਾਊਗਾ, ਸਾਡੇ ਪੰਜਾਬ ਦੇ ਹਰ ਵਰਗ 'ਚ ਰੱਖਿਆ ਜਾਊਗਾ। ਸੋ ਅਸੀਂ ਹਾਂਜੀ ਜਗਜੀਤ ਸਿੰਘ ਡੱਲੇਵਾਲ ਜੀ ਨੇ ਤੁਹਾਡੇ ਜਿਹੜੀ ਮੀਟਿੰਗ ਹੋਈ ਹੈ ਸਾਂਝੀ, ਉਸ ਤੋਂ ਪਹਿਲਾਂ ਗੱਲਬਾਤ ਹੋਈ ਹੈ, ਉਹਨਾਂ ਨੇ ਵੀ ਕਿਹਾ ਤੇ ਸ਼ੰਭੂ ਬੈਰੀਅਰ ਤੇ ਕੰਵਰ ਗਰੇਵਾਲ ਬਾਈ ਜੀ ਉਹਨਾਂ ਨੇ ਵੀ ਕਿਹਾ ਵੀ ਜੋਸ਼ ਦੇ ਨਾਲ ਹੋਸ਼ ਦਾ ਹੋਣਾ ਬੜਾ ਜ਼ਰੂਰੀ ਹੈ। ਸ਼ੰਭੂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲੱਗੇ ਸੀ ਤੇ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ। ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਤੁਸੀਂ ਆਪਾਂ ਇਹ ਕੁਐਸਚਨ ਇੱਥੇ ਕਰੀਏ ਨਾ, ਕਿਉਂਕਿ ਜਿੱਥੇ ਯੂਥ ਹੁੰਦਾ ਨਹੀਂ, ਪਰ ਇਹਦਾ ਜਵਾਬ ਦੇਣਾ ਵੀ ਬਣਦਾ। ਨਹੀਂ, ਮੈਨੂੰ ਕੀ ਲੱਗਦਾ, ਸੌਰੀ ਵੀਰੇ, ਤੁਸੀਂ ਮੈਨੂੰ ਲੱਗਦਾ ਵੀ ਸਾਨੂੰ ਇਹ ਕੁਐਸਚਨ ਨਹੀਂ ਕਰਨਾ ਚਾਹੀਦਾ। ਤੁਸੀਂ ਮਾਈਂਡ ਨਾ ਕਰਿਓ, ਮਤਲਬ ਮੈਂ ਗੱਲ ਕਰਦਾ ਜੀ, ਜਿਹੜੀ ਚੀਜ਼ ਦੀ ਤੁਸੀਂ ਗੱਲ ਕਰੋਗੇ ਮੁੜ ਕੇ ਉਹ ਵਿੱਚ ਖੜੀਆਂ ਹੋ ਜਾਣਗੀਆਂ ਚੀਜ਼ਾਂ, ਹਾਲੇ ਤਾਂ ਹੈ ਨਹੀਂ।
ਜਿਹੜਾ ਮਤਲਬ ਜ਼ਖਮ ਆਪਾਂ ਛੇੜਾਂਗੇ ਉਹਨੂੰ ਲੋੜ ਹੀ ਨਹੀਂ ਛੇੜਨ ਦੀ ਜੀ। ਲੇਕਿਨ ਗੱਲ ਹੋਈ ਹੈ ਤਾਂ ਹੀ ਗੱਲ ਕੋਈ ਕਿਹਨੇ ਕੀਤੀ ਹੈ ਵੀਰੇ? ਕਿਹਨੇ? ਇੱਕ ਮਿੰਟ ਮੈਂ ਜਵਾਬ ਦਿੰਦਾ ਠਾਕਰ ਅਸੀਂ ਇੱਕ ਮਿੰਟ ਵੀਰੇ, ਅਸੀਂ ਪੰਜਾਬ ਨੂੰ ਸ਼ਾਮ ਸਾਡੀ ਸਟੇਜ ਤੋਂ ਗੱਲ ਹੋਈ, ਪੋਲੀਟੀਕਲੀ ਤਾਂ ਪਹਿਲੇ ਚਾਹੁੰਦੇ ਆ ਲੋਕ। ਸਟੇਜ ਤੋਂ ਗੱਲ ਹੋਈ। ਇਹ ਕੰਮ ਖਰਾਬ ਕਰਦੀਆਂ ਨੇ ਸ਼ਰਾਰਤੀ ਅਨਸਰਾਂ ਦੇ ਕੰਮਾਂ ਦੇ ਲਈ ਤੁਸੀਂ ਕਲਾਕਾਰਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜ਼ਿੰਮੇਵਾਰ ਇੱਕ ਚੀਜ਼ ਹੈ ਜੀ। ਦੇਖੋ ਜੀ 10,000 ਬੰਦੇ ਦਾ ਇਕੱਠ ਹੈ ਜੀ। 10,000 ਬੰਦੇ ਦੇ ਵਿੱਚ ਜੇ 10 ਬੰਦੇ ਪਿੱਛੋਂ ਗਲਤ ਖੜੇ ਕੁਝ ਬੋਲ ਵੀ ਦੇਣ, ਸਾਨੂੰ ਗੋਲਣਾ ਨਹੀਂ ਚਾਹੀਦਾ ਉਹਨਾਂ ਨੂੰ। ਸਾਨੂੰ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦੇਣੀ ਚਾਹੀਦੀ। ਜੇ ਅਸੀਂ ਉਹਨਾਂ ਦੇ ਕੁਐਸਚਨ ਕਰ ਲਾਂਗੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡੀ ਹੁਣ ਗੱਲ ਹੋਣ ਲੱਗ ਗਈ ਆ। ਭਾਜੀ ਮੇਰਾ ਮਕਸਦ ਇਹ ਸੀ ਸਵਾਲ ਇਹ ਸੀ ਕਿ ਇਹ ਮੰਨ ਕੇ ਵੀ ਇੰਟਰਵਿਊ ਸਾਡੇ ਚੈਨਲ ਦੇ ਉੱਤੇ ਤੁਸੀਂ ਇੰਟਰਵਿਊ ਦਿੱਤੀ ਸੀ ਕਿ ਪਿੰਡਾਂ ਦੇ ਰਾਹ ਦੇ ਉੱਤੇ ਸਾਨੂੰ ਤੁਰਨ ਦੀ ਲੋੜ ਹੈਗੀ ਹੈ। ਨਹੀਂ ਇੱਕ ਮਿੰਟ ਦੀ ਮੈਂ ਦਿੰਦਾ ਬਾਈ ਜਵਾਬ, ਖੜ ਜਾ। ਨਹੀਂ ਬਾਈ ਜੀ ਇੱਕ ਮਿੰਟ, ਨਹੀਂ ਮੈਂ ਜਵਾਬ ਬਾਈ, ਮੈਂ ਮੇਰਾ ਜਵਾਬ ਲੈ ਲਓ। ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ। ਆਨੰਦਪੁਰ ਸਾਹਿਬ ਦੇ ਮਤੇ 'ਚ ਕੀ ਹੈ? ਕੀ ਕਿਸਾਨੀ ਦੀ ਗੱਲ ਨਹੀਂ? ਕੀ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਨਹੀਂ ਹੈ? ਕੀ ਸਾਡੇ ਪਾਣੀਆਂ ਦੀ ਗੱਲ ਨਹੀਂ? ਸਾਡੀ ਬੋਲੀ ਦੀ ਗੱਲ ਨਹੀਂ? ਸਾਡੀ ਧਰਤੀ ਦੀ ਗੱਲ ਨਹੀਂ? ਨਹੀਂ ਜੀ, ਨਹੀਂ ਦੇਖੋ ਚਲੋ ਦੇਖੋ ਗੱਲ ਕਿਸਾਨੀ ਦੀ ਹੋ ਰਹੀ ਹੈ, ਆਪਾਂ ਨੂੰ ਪਤਾ ਨਹੀਂ ਤੁਸੀਂ ਆਪਣੀ ਟੀਆਰਪੀ ਲਈ ਕਿਹੜੇ ਮੁੱਦੇ ਚੱਕ ਦਿੰਦੇ ਹੋ ਯਾਰ। ਕਿਸਾਨਾਂ ਵਿਰੋਧੀ ਨੇ ਉਹ ਜਾਣਬੁੱਝ ਕੇ 220 ਦਾ ਮੁੱਦਾ ਚੱਕ ਕੇ ਖਾਲਿਸਤਾਨ ਦਾ ਮੁੱਦਾ ਬਣਾਇਆ। ਉਹ ਮੁੱਦਾ ਨਹੀਂ ਹੈਗਾ ਸਾਡਾ ਮੁੱਦਾ। ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸੋ ਇਸ ਲਈ ਬਿਨਾਂ ਗੱਲ ਤੋਂ ਕਿਸੇ ਨੂੰ ਵੀ ਗੁੰਮਰਾਹ ਨਾ ਕੀਤਾ ਜਾਵੇ। ਯਾਰ, ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਧਰਤੀ, ਪੰਜਾਬ ਦੀ ਬੋਲੀ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਉਹ ਸਿੱਖ ਹੋ ਸਕਦਾ, ਕਿਸਾਨ ਹੋ ਸਕਦਾ। ਬਾਈ ਇੱਕ ਮਿੰਟ ਬਾਈ ਜੀ, ਪਲੀਜ਼ ਤੁਸੀਂ ਸਾਡੇ ਨਾਲ ਹੋ, ਤੁਸੀਂ ਸਾਡੇ ਨਾਲ ਹੋ। ਆਪਾਂ ਫਿਰ ਇਹ ਗੱਲ ਨਾ ਕਰੀਏ, ਸਾਨੂੰ ਤੁਹਾਡੀ ਲੋੜ ਆ। ਦੇਖੋ ਨੈਸ਼ਨਲ ਸੁਣ ਬਾਈ ਜੀ, ਤੁਹਾਨੂੰ ਵੀਰੇ ਮੈਂ ਜਵਾਬ ਦੇ ਰਿਹਾ ਤੁਹਾਨੂੰ। ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਤੁਸੀਂ ਵੀ ਸਾਡੀ ਆਵਾਜ਼ ਹੋ, ਤੁਸੀਂ ਸਾਡਾ ਇਸ ਮੁਹਿੰਮ ਦਾ ਹਿੱਸਾ ਹੋ ਹਨਾ। ਤੁਸੀਂ ਮਤਲਬ ਸਾਡਾ ਸਾਥ ਦਿਓ। ਨੈਸ਼ਨਲ ਮੀਡੀਆ ਕਿਤੇ ਨਹੀਂ ਦਿਖ ਰਿਹਾ, ਤੁਸੀਂ ਦਿਖ ਰਹੇ ਹੋ। ਤੁਹਾਡਾ ਹੱਥ ਬੰਨ ਕੇ ਥੈਂਕ ਯੂ। ਦੇਖੋ ਨਹੀਂ, ਪਰ ਇਹਦਾ ਜਵਾਬ ਵੀ ਦਿੰਨੇ ਆ ਜੀ। ਇਹਦਾ ਸੰਜੀਦਗੀ ਨਾਲ ਇਹਦਾ ਜਵਾਬ ਨਹੀਂ ਹਾਂਜੀ ਨਹੀਂ ਕੋਈ ਨਹੀਂ ਇੱਕ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇਹ ਬਾਡੀ ਵੱਲੋਂ ਉਹ ਚੀਜ਼ਾਂ ਨੂੰ ਸਪਾਂਸਰ ਕੀਤਾ ਗਿਆ, ਸਪੋਰਟ ਕੀਤਾ ਗਿਆ, ਡਿਫੈਂਡ ਕੀਤਾ ਗਿਆ। ਅਗਰ ਕਿਤੇ ਕੋਈ ਇਹ ਸਲੋਗਨ ਲੱਗੇ ਨੇ, ਦੇਖੋ ਭੀੜ ਦੇ ਵਿੱਚ ਕਈ ਤਰ੍ਹਾਂ ਦੇ, ਕਿਸੇ ਦੇ ਮੁਰਦਾਬਾਦ ਨਾਰੇ ਲੱਗ ਜਾਂਦੇ ਨੇ, ਕਿਸੇ ਦੇ ਜ਼ਿੰਦਾਬਾਦ ਦੇ ਨਾਰੇ ਲੱਗ ਸਕਦੇ ਨੇ। ਸਾਡੇ ਉਹਨਾਂ ਵਿੱਚ ਵੀ ਆ ਕੇ ਕੋਈ ਹੋ ਸਕਦਾ ਪਿੱਛੇ 5 ਬੰਦੇ ਬਾਦਲ ਸਾਹਿਬ ਜ਼ਿੰਦਾਬਾਦ ਦੇ ਨਾਰੇ ਮਤਲਬ ਕਿ ਤੁਸੀਂ ਇਹ ਕਹਿੰਦੇ ਵੀ ਤੁਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ, ਉਹਨਾਂ ਨੂੰ ਇਗਨੋਰ ਕੀਤਾ। ਗੱਲ ਖਤਮ ਬਸ। ਨਹੀਂ ਹਾਂਜੀ ਭਾਈ ਜੀ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਸ ਮੁਹਿੰਮ ਦੇ ਵਿੱਚ ਜ਼ਬਰਦਸਤੀ ਐਂਟਰ ਹੋ ਗਈਆਂ ਨੇ, ਜਿਹੜਾ ਕਿ ਕਿਸਾਨਾਂ ਦਾ ਤੇ ਨੌਜਵਾਨਾਂ ਦਾ ਸੰਘਰਸ਼ ਆ। ਹਾਂਜੀ। ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਤੁਹਾਡੇ ਨਾਲ ਆਉਣਾ ਚਾਹੀਦਾ ਜਾਂ ਤੁਸੀਂ ਉਹਨਾਂ ਨੂੰ ਸਟੇਜ ਤੇ ਨਹੀਂ ਚੜ੍ਹਨ ਦਿਓ? ਦੇਖੋ ਜੀ, ਰਾਜਨੀਤਿਕ ਪਾਰਟੀਆਂ ਨੇ ਤਾਂ ਸਿਰਾਂ ਦੀ ਗਿਣਤੀ ਦੀ ਪੋਲਿਟਿਕਸ ਕਰਨੀ ਹੈ। ਰਾਜਨੀਤਿਕ ਪਾਰਟੀਆਂ ਨੇ ਸਿਰਾਂ ਦੀ ਗਿਣਤੀ ਦੀ ਪੋਲਿਟਿਕਸ ਕਰਨੀ ਹੈ। ਹੁਣ ਉਹਨਾਂ ਨੂੰ ਲੋਕ ਹਿੱਤਾਂ ਲਈ ਕੋਈ ਮਤਲਬ ਨਹੀਂ, ਕਿਉਂਕਿ ਅਸੀਂ 17 ਸਾਲਾਂ ਤੋਂ ਦੇਖਦੇ ਆਉਣੇ ਆ, ਕਿਸੇ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਹੁੰਦੀ ਤਾਂ ਇੱਥੋਂ ਤਾਈਂ ਪਹੁੰਚਦਾ ਹੀ ਨਹੀਂ ਸੀ। ਸੋ ਹੁਣ ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ, ਕਿਸਾਨ ਵੀ ਬੜੇ ਜਾਗਰੂਕ ਆ, ਇਸ ਗੱਲ ਨੂੰ ਸਮਝ ਲਗੇ ਆ ਵੀ ਰਾਜਨੀਤਿਕ ਪਾਰਟੀਆਂ ਆਪਦਾ ਝੰਡਾ ਛੱਡ ਕੇ ਇਸ ਸੰਘਰਸ਼ 'ਚ ਆ ਕੇ ਜੇ ਸਾਡੇ ਨਾਲ ਬੈਠਣ ਨੂੰ ਤਿਆਰ ਆ, ਜੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠਾਂ ਬੈਠਣ ਨੂੰ ਤਿਆਰ ਆ, ਇਕਜੁੱਟਤਾ ਕਰਨ ਨੂੰ ਤਿਆਰ ਆ, ਤਾਂ ਦੇ ਆ ਮੋਸਟ ਵੈਲਕਮ। ਅਸੀਂ ਤਾਂ ਲਾਮਬੰਦੀ ਕਰਨੀ ਆ ਨਾ, ਲੋਕ ਹੀ ਜੋੜਨੇ ਆ ਨਾ ਨਾਲ ਇਸ ਸੰਘਰਸ਼ 'ਚ। ਹਾਂਜੀ ਪਰ ਜਵਾਬ ਲੈ ਤੁਸੀਂ ਗੱਲ ਹਾਂਜੀ ਬਾਈ ਇੱਕ ਮਿੰਟ ਦੀ ਹਾਂਜੀ ਤੁਸੀਂ ਗੱਲ ਖਾਲਿਸਤਾਨ ਦੀ ਵਾਰ-ਵਾਰ ਕਰਦੇ ਆ। ਮੋਦੀ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਹੈ, ਬੀਜੇਪੀ ਆਰਐਸਐਸ ਕਰ ਰਹੀ ਹੈ, ਪੂਰੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਕਦੇ ਆਪਣੇ ਚੈਨਲਾਂ ਤੇ ਚਲਾਉਨੇ ਹੋ? ਬਿਲਕੁਲ ਚੱਲਦਾ ਜੀ। ਨਹੀਂ ਆ ਪਿਆ ਨਹੀਂ, ਪਰ ਇੱਕ ਮਿੰਟ, ਮੈਂ ਇੱਕ ਹੋਰ ਇਹਦੀ ਗੱਲ ਨਹੀਂ ਬਾਈ ਇੱਕ ਮਿੰਟ, ਲੈਟ ਮੀ ਆਨਸਰ ਯੋਰ ਕੁਐਸਚਨ। ਗੱਲ ਕੀ ਹੋ ਰਿਹਾ? ਪੰਜਾਬ ਦੇ ਏਕੇ ਦੀ ਗੱਲ ਹੋ ਰਹੀ ਹੈ। ਆਲ ਆਨਸਰ ਸੀ ਸਾਡੇ ਨਾਲ। ਹਾਂ ਬਾਈ ਮੈਂ ਬੋਲਦਾ ਕਿਸਾਨਾਂ ਦੇ ਨਾਲ ਆ, ਕੋਈ ਮੁੱਦਾ ਨਹੀਂ ਗਾ। ਹਾਂਜੀ, ਤੁਹਾਡਾ ਜਵਾਬ ਦਿੰਨੇ ਆ ਪਲੀਜ਼ ਇੱਕ ਮਿੰਟ। ਹਾਂਜੀ ਕੋਈ ਫਾਇਦਾ ਨਹੀਂ। ਦੇ ਵਿੱਚ ਹੈਗੇ ਹੋ, ਗੀਤਕਾਰੀ ਦੇ ਵਿੱਚ ਹੈਗੇ ਹੋ, ਸਿੰਗਿੰਗ ਦੇ ਵਿੱਚ ਹੈਗੇ ਹੋ, ਤੁਹਾਡਾ ਇੱਕ ਪ੍ਰੋਫੈਸ਼ਨ ਹੈ। ਬਹੁਤ ਸਾਰੇ ਜਿਹੜੇ ਨੌਜਵਾਨ ਵੀ ਹੈਗੇ ਉਹ ਐਸਾ ਤੁਹਾਡੇ ਫੋਲੋਅਰ ਬਣ ਕੇ ਉੱਥੇ ਆ ਰਹੇ ਨੇ, ਜੋ ਉੱਥੇ ਤੁਸੀਂ ਗੀਤ ਗਾਉਂਦੇ ਹੈਗੇ ਹੋ, ਤਾਂ ਸ਼ਾਇਦ ਉਸ ਚੀਜ਼ ਨਹੀਂ, ਅਸੀਂ ਉੱਥੇ ਗੀਤ ਨਹੀਂ ਗਾਉਂਦੇ। ਕੋਈ ਨਾ ਤੁਹਾਨੂੰ ਪੁੱਛ, ਮੇਰੀ ਸਵਾਲ ਤਾਂ ਪੁੱਛ ਲਓ, ਮੇਰਾ ਸੁਣ ਲਓ। ਤਾਂ ਕੀ ਇਹ ਕੋਈ ਚਰਚਾ ਹੋਈ ਕਿ ਉੱਥੇ ਕੋਈ ਗੀਤ ਨਹੀਂ ਗਾਣੇ, ਜਾਂ ਸਿਰਫ ਕੋਈ ਟੌਪਿਕ ਦੇ ਪਰਟੀਕੂਲਰ ਟੌਪਿਕ ਦੇ ਉੱਤੇ ਹੀ ਚਰਚਾ ਹੋਊਗੀ? ਉੱਥੇ ਤੁਹਾਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀ ਇੱਕ ਮਿੰਟ ਦੇਖੋ ਜੀ, ਕਿਸਾਨ ਜਥੇਬੰਦੀਆਂ ਨੇ ਸਾਨੂੰ ਇਹ ਦੱਸਿਆ, ਜਿਵੇਂ ਹੁਣ ਦੱਸ ਰਹੇ ਨੇ ਕਿ ਅਸੀਂ ਮਤਲਬ ਜਿੰਨੇ ਅਡਾਨੀ ਅੰਬਾਨੀ ਆ ਜਿਹੜੇ ਵੱਡੇ ਘਰ, ਉਹਨਾਂ ਦਾ ਬਾਈਕਾਟ ਕਰੋ। ਆਹੀ ਗੱਲ ਅਸੀਂ ਪਹਿਲਾਂ ਹੀ ਬੋਲੇ ਆ ਉੱਥੇ।
ਮਤਲਬ ਸਾਡਾ ਜੋ ਡਾਇਰੈਕਸ਼ਨ ਆ ਸਾਡੀ ਸੇਮ ਹੀ ਆ। ਵੱਖਰੀ ਗੱਲ ਆ ਕਿ ਅਸੀਂ ਮਿਲੇ ਨਹੀਂ ਸੀ। ਹਾਂ ਖੂਨ ਗਰਮ ਆ, ਚਲੋ ਯੰਗ ਬਲੱਡ ਆ ਸਾਡਾ, ਤੇ ਉਹਨਾਂ ਦੇ ਤਜਰਬੇ ਦਾ ਬਹੁਤ ਫਰਕ ਆ। ਕਿਸੇ ਨੇ ਜੇ ਕੋਈ ਮਾੜੀ ਮੋਟੀ ਉੱਚੀ ਨੀਵੀਂ ਗੱਲ ਕਰਤੀ, ਮੈਂ ਸਾਰੇ ਪ੍ਰੈਸ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਸਾਡੇ ਨਾਲ ਖੜੋ। ਉਹਨਾਂ ਗੱਲਾਂ ਨੂੰ ਦੇਖੋ, ਅੱਗੇ ਵੀ ਤੁਸੀਂ ਬਹੁਤ ਕੁਝ ਇਗਨੋਰ ਕਰਨਾ ਪੈਂਦਾ, ਇਗਨੋਰ ਕਰੋ ਉਸ ਚੀਜ਼ ਨੂੰ, ਔਰ ਜਿਹੜੀ ਆਪਣੀ ਮੇਨ ਲੜਾਈ ਆ ਆਪਾਂ ਉਹੀ ਲੜੀਏ। ਪਲੀਜ਼ ਉਸੇ ਤੇ ਹੀ ਫੋਕਸ ਕਰੋ ਔਰ ਉਹੀ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓ, ਤਾਂ ਬਾਹਲੀ ਵਧੀਆ ਗੱਲ ਹੈ। ਨਹੀਂ ਜੀ, ਪਰ ਇੱਕ ਗੱਲ ਆ ਜੀ, ਇੱਕ ਗੱਲ ਹੈ, ਖੇਤੀ ਕੌਣ ਕਰਦਾ? ਸਾਰੇ ਕਰਦੇ ਆ, ਸਾਰੇ ਹੀ ਕਰਦੇ ਆ। ਖੇਤੀ ਅੱਜ ਦੇ ਸਮੇਂ 'ਚ ਲਾਹੇਵੰਦ ਧੰਦਾ ਹੈ ਕਿ ਨਹੀਂ ਹੈ? ਬਾਈ ਇੱਕ ਗੱਲ ਇਹਦਾ ਜਵਾਬ ਦੇਣਾ ਜੀ, ਇੱਕ ਮਿੰਟ ਜਵਾਬ ਦਿੰਨੇ ਆ ਇਹਦਾ। ਇਹ ਮੈਨੂੰ ਦੇਖੋ, ਸਾਨੂੰ ਪੁੱਛ ਲਓ ਸਵਾਲ ਯਾਰ। ਨਹੀਂ ਜੀ, ਇਹਦਾ ਜਵਾਬ ਇਹਨਾਂ ਦਾ ਪ੍ਰੋਫੈਸ਼ਨ ਨਹੀਂ ਜੀ, ਇਹਨਾਂ ਨੂੰ ਜਵਾਬ ਵੀ ਦੇ ਦਿੰਦੇ ਆ। ਨਹੀਂ ਇਹ 20 ਸਾਲਾਂ ਤੋਂ ਘਰਾਂ ਤੋਂ ਸ਼ਾਇਦ ਬਾਹਰ ਹੋਏ ਇਹ ਨਾ ਤੁਹਾਨੂੰ ਮੈਂ ਤੋਂ ਅੰਕੜੇ ਲੈ ਲਓ ਇਸ ਗੱਲ। ਨਹੀਂ ਜੀ, ਕੋਈ ਨਹੀਂ, ਆਪਾਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਕੋਈ ਨਹੀਂ, ਤੁਸੀਂ ਆਨਸਰ ਦਿਓ ਜੀ ਆਨਸਰ। ਕੀ ਕਰਨੀ ਤਾਂ ਜ਼ਰੂਰੀ ਨਹੀਂ ਗੀ ਸਾਥ ਦੇਣ ਲਈ, ਸਿਰਫ ਸਾਡੇ ਅੰਦਰ ਉਹਦਾ ਜਜ਼ਬਾਤ ਹੋਣਾ ਜ਼ਰੂਰੀ ਆ ਕਿ ਸਾਡੇ ਮਜ਼ਦੂਰੀ ਕਰਦੇ ਆ ਨਾ, ਸਾਡੀ ਰੀੜ੍ਹ ਦੀ ਹੱਡੀ ਆ ਪੰਜਾਬ ਦੀ। ਸਾਨੂੰ ਕਿਵੇਂ ਕਹਿ ਸਕਦੇ ਅਸੀਂ ਖੇਤੀ ਕਰਦੇ ਆ ਕਿ ਨਹੀਂ ਕਰਦੇ? ਅਸੀਂ ਕਿਸੇ ਵੀ profession ਦੇ ਹੋਈਏ, ਅਸੀਂ ਕਿਸਾਨਾਂ ਦੇ ਨਾਲ ਆ। ਸਾਰਾ ਨਾਲ ਏਕਤਾ ਦੀ ਗੱਲ ਕਰਦੇ ਆ। ਜਿਹੜਾ ਭੈਣ ਨੂੰ ਬੁਲਾਇਆ ਜੀ, ਫਿਰ ਤਾਂ ਜਵਾਬ ਹਾਂਜੀ। ਦੇ। ਜੇ ਤੁਸੀਂ ਏਦਾਂ ਕਰਨਾ ਨਹੀਂ ਜੀ, ਜਵਾਬ ਦਿੰਨੇ ਆ, ਜਵਾਬ ਦਿੰਨੇ ਆ ਜੀ। ਹਾਂਜੀ ਲਾਹੇਵੰਦ ਨਹੀਂ ਹੈ ਸਾਨੂੰ। ਨਹੀਂ ਸਰ, I'll give you an answer। ਇੱਕ ਮਿੰਟ ਜੀ, ਮੈਂ ਕਰਦਾ ਜੀ, ਮੈਂ ਕਰਦਾ। ਨਹੀਂ, ਜਵਾਬ ਦਿੰਨੇ ਆ ਬਾਈ ਜੀ, ਜਵਾਬ ਦਿੰਨੇ ਆ। ਇੱਕ ਮਿੰਟ ਭੈਣੇ, ਬਾਈ ਜੀ ਗੱਲ, ਇੱਕ ਮਿੰਟ ਪਹਿਲਾਂ ਇੱਧਰ ਜਵਾਬ ਦੇ, ਇੱਧਰ ਜਵਾਬ ਦੇਈਏ। ਕਿਸਾਨੀ ਵਾਲਾ ਸਵਾਲ ਪੰਜਾਬ ਦੇ ਹੋਰ ਵੀ ਮੁੱਦੇ ਨੇ। ਇੱਕ ਤਾਂ ਅੱਜ ਦਾ ਸਿੱਧਲਾਂ ਵਾਲਾ ਮਾਮਲਾ ਆ ਗਿਆ, ਹਾਂਜੀ ਕਿਸਾਨ ਖੁਦਕਸ਼ੀਆਂ ਦਾ ਆ ਗਿਆ, ਹਾਂਜੀ, ਇੱਧਰ ਗੈਕੀ ਦਾ ਆ ਗਿਆ, ਹਾਂਜੀ, ਪੰਜਾਬ ਦੇ ਪਾਣੀਆਂ ਦਾ ਆ ਗਿਆ, ਪੰਜਾਬ ਦੇ ਵਾਧੇ ਅਧਿਕਾਰਾਂ ਦੀ ਗੱਲ ਆ ਗਈ। ਹਾਂਜੀ। ਇਹ ਲੜਾਈ ਕੇਵਲ ਜ਼ਿਲ੍ਹਾ ਤੱਕ ਸੀਮਿਤ ਹੈ ਜਾਂ ਅੱਗੇ ਵੀ ਲੈ ਕੇ ਜਾਓ? ਨਹੀਂ ਜੀ, ਇੱਕ ਮਿੰਟ ਪਹਿਲਾਂ ਆਪਾਂ ਇੱਕ ਇੱਕ ਕਰਕੇ ਗੱਲ ਨੂੰ ਹੈਂਡਲ ਕਰੀਏ, ਕਿਉਂਕਿ ਕੋਈ ਗੱਲ ਨਹੀਂ, ਆਪਾਂ ਤੁਹਾਡੇ ਸਵਾਲ ਦਾ ਵੀ ਜਵਾਬ ਦੇਵਾਂਗੇ, ਤੁਹਾਡੇ ਦਾ ਵੀ ਦੇਵਾਂਗੇ, ਇਸ ਗੱਲ ਨੂੰ ਵੀ ਸੰਬੋਧਨ ਕੀਤਾ ਜਾਊਗਾ। ਪਹਿਲੀ ਗੱਲ ਤਾਂ ਹਾਂਜੀ, ਖੇਤੀ ਲਾਹੇਵੰਦ ਮਾਡਰਨ ਇਕਨੋਮੀ ਨੂੰ ਜੇ ਅਸੀਂ ਕੰਸੀਡਰ ਕਰੀਏ ਨਾ, ਤਾਂ ਇਕਨੋਮੀ ਦਾ ਇੱਕ ਸਟਰਕਚਰ ਆ। ਇਕਨੋਮੀ ਪਹਿਲਾਂ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀ ਇਕਨੋਮੀ ਬਣਦੀ ਹੈ, ਇੰਡਸਟਰੀ ਤੋਂ ਸਰਵਿਸ ਇਕਨੋਮੀ ਬਣਦੀ ਹੈ। ਪਰ ਪੰਜਾਬ ਨੂੰ ਸਿਰਫ ਐਗਰੇਰੀਅਨ ਮਾਡਲ ਤੱਕ ਹੀ ਸੀਮਿਤ ਰੱਖਿਆ ਗਿਆ। ਜਾਣ ਕੇ ਸੈਂਟਰਸ ਤੇ ਸਟੇਟ ਰਿਲੇਸ਼ਨਸ਼ਿਪ ਪੜਾਂਗੇ ਆਪਾਂ, ਇਹ ਗੱਲ ਸਮਝ ਆਊਗੀ ਸਾਨੂੰ। ਪੰਜਾਬ ਨੂੰ ਕਦੇ ਵੀ ਇੰਡਸਟਰੀ ਇਕਨੋਮੀ ਬਣਾਇਆ ਹੀ ਨਹੀਂ ਗਿਆ, ਤੇ ਸਰਵਿਸ ਇਕਨੋਮੀ ਤੱਕ ਜੇ ਅਸੀਂ ਜਾਣੇ ਆ, ਸਾਡੇ ਤੋਂ ਜੇ ਪੂੰਜੀਪਤੀ ਇੱਥੇ ਆ ਜਾਣਗੇ, ਸਾਨੂੰ ਕਦੇ ਕੋਈ ਵੱਡੇ ਐਜੂਕੇਸ਼ਨਿਸਟ ਜਾਂ ਐਜੂਕੇਸ਼ਨਲ ਇੰਸਟੀਟਿਊਟਸ ਨਹੀਂ ਦਿੱਤੇ ਗਏ। ਸਾਨੂੰ ਕੋਈ ਜਦੋਂ ਵੱਡੇ ਹੋਟਲ ਸਾਡੇ ਕੋਲੇ ਹੈ ਨਹੀਂ, ਟੂਰਿਜ਼ਮ ਸਾਡੇ ਕੋਲੇ ਹੈ ਨਹੀਂ, ਤੇ ਸਰਵਿਸ ਇਕਨੋਮੀ ਵੀ ਹੈ ਨਹੀਂ। ਅੱਜ ਪੰਜਾਬ ਕੋਲੇ ਸਿਰਫ ਐਗਰੀਕਲਚਰ ਇਕਨੋਮੀ ਆ। ਸਾਡੀ 55% ਇਕਨੋਮੀ ਐਗਰੀਕਲਚਰ ਤੇ ਨਿਰਭਰ ਆ, ਤੇ ਸਾਡੇ ਲਈ ਤਾਂ ਇਹੀ ਲਾਹੇਵੰਦ ਆ ਨਾ। ਜੇ ਇਹਦੇ ਤੇ ਸਾਨੂੰ ਆ ਕੇ ਸੱਟ ਮਾਰਨਗੇ, ਅਸੀਂ ਕਿਵੇਂ ਸਹਾਂਗੇ? ਖੇਤੀ ਤੋਂ ਬਿਨਾ ਕਿਵੇਂ ਕਲਪ ਲਾਂਗੇ ਪੰਜਾਬ ਨੂੰ? ਸਾਡੇ ਤਾਂ ਢਿੱਡ ਕਿਸਾਨੀ ਭਰਦੀ ਆ। ਸੋ ਸਾਡੇ ਲਈ ਲਾਹੇਵੰਦ ਆ ਜੀ, ਕਿਉਂਕਿ ਸਾਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਗਿਆ। ਅਗਲੀ ਗੱਲ, ਖਾਲਿਸਤਾਨ ਦੀ ਗੱਲ ਕਰਦੇ ਆ। ਗੱਲ ਜਦੋਂ ਖਾਲਿਸਤਾਨ ਦੀ ਹੁੰਦੀ ਆ ਜਾਂ ਕਿਸੇ ਸੈਪਰੇਟ ਸਟੇਟ ਦੀ ਹੁੰਦੀ ਆ, ਕਿਉਂ ਹੁੰਦੀ ਆ? ਜਦੋਂ ਲੋਕਾਂ 'ਚ ਤਣਾਅ ਤੇ ਟਕਰਾਅ ਪੈਦਾ ਹੁੰਦਾ, ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਪੈਦਾ ਹੁੰਦਾ। ਸਰਕਾਰ ਅੱਜ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਬਣਾਈ ਜਾਂਦੀ ਆ, ਕਿਸਾਨ ਸੜਕਾਂ ਤੇ ਰੁਲੀ ਜਾਂਦੇ ਆ, ਕੰਗਣਾ ਦਾ ਛੱਜਾ ਢਾ ਦਿੰਦੇ ਆ। ਉਹਨੂੰ ਤਾਂ ਨੈਸ਼ਨਲ ਮੀਡੀਆ ਐ ਚਲਾਉਂਦਾ ਜਿਵੇਂ ਪਤਾ ਨਹੀਂ ਕਿੱਡਾ ਕੁ ਵੱਡਾ ਜ਼ੁਲਮ ਤੇ ਜ਼ਬਰ ਹੋ ਗਿਆ, ਪਰ ਕਿਸਾਨਾਂ ਦੀਆਂ ਜੇ ਹੱਡੀਆਂ ਤੋੜਦੇ ਆ ਸੜਕਾਂ ਤੇ, ਉਹਨੂੰ ਕੋਈ ਦਿਖਾਉਂਦਾ ਨਹੀਂ। ਸੋ ਫਿਰ ਮੈਨੂੰ ਦੱਸੋ, ਨਹੀਂ ਬਾਈ ਜੀ ਤੁਸੀਂ ਦਿਖਾਇਆ, ਨੈਸ਼ਨਲ ਮੀਡੀਆ ਦੀ ਗੱਲ ਕਰੋ ਮੈਨੂੰ, ਠੀਕ ਆ? ਆਪਾਂ ਤਾਂ ਦਿਖਾਉਣੇ ਹੀ ਆ ਪੰਜਾਬ ਵਾਲੇ। ਹੁਣ ਜੇ ਅਸੀਂ ਕਹਿੰਦੇ ਆ ਸਾਡੇ ਨੈਰੇਟਿਵ ਨੂੰ, ਸਾਡੇ ਬਿਰਤਾਂਤ ਨੂੰ ਕਿਸਾਨਾਂ ਨੇ ਅੱਜ ਕਿਹਾ, ਸਾਡੇ ਢਿੱਡਾਂ ਤੇ ਗੱਲ ਆ ਗਈ, ਸਾਡੀ ਜ਼ਮੀਨ ਤੇ ਗੱਲ ਆ ਗਈ, ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ, ਕਬਰਾਂ 'ਚ ਧੱਕੀ ਜਾਂਦੇ ਹੋ। ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ, ਕਿੰਨਾ ਈਜ਼ੀ ਆ ਸਾਨੂੰ ਦੇਸ਼ ਧਰੋਹੀ ਕਹਿਣਾ। ਜੇ ਅਸੀਂ ਉਹਨਾਂ ਲਈ ਸਰਹੱਦ ਤੇ ਬੰਦੂਕ ਫੜ ਕੇ ਜਾਂਦੇ ਆ, ਲੜਦੇ ਆ, ਤੇ ਸਾਨੂੰ ਕਹਿੰਦੇ ਆ ਜੈ ਜਵਾਨ। ਜੇ ਅਸੀਂ ਆਪਦੇ ਹੱਕ ਮੰਗਦੇ ਆ, ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ?
ਅਦਰਵਾਈਜ਼ ਸਾਨੂੰ ਅੱਜ ਅੱਤਵਾਦੀ ਕਹਿ ਦੇਣਗੇ, ਸਾਨੂੰ ਖਾਲਿਸਤਾਨੀ ਕਹਿ ਦੇਣਗੇ, ਸਾਨੂੰ ਸੈਪਰੇਟਿਸਟ ਕਹਿ ਦੇਣਗੇ, ਸਾਨੂੰ ਪਾਕਿਸਤਾਨੀ ਕਹਿ ਦੇਣਗੇ, ਸਾਨੂੰ ਦੇਸ਼ ਧਰੋਹੀ ਕਹਿ ਦੇਣਗੇ। ਤੁਸੀਂ ਆਪਦੇ ਹੱਕ ਮੰਗਣ ਨਿਕਲੋ ਤਾਂ ਸਹੀ। ਆਹ ਦੇਖੋ ਕੀ ਕਰਦੇ ਆ, ਇਹ ਸਰਕਾਰਾਂ ਕਰਦੀਆਂ, ਸਾਡੀਆਂ ਸਟੇਜਾਂ ਤੋਂ ਨਹੀਂ ਹੁੰਦਾ। ਅਸੀਂ ਨਾ ਐਕਸਟ੍ਰੀਮ ਲੈਫਟ ਜਾਂਦੇ ਆ, ਨਾ ਐਕਸਟ੍ਰੀਮ ਰਾਈਟ ਜਾਂਦੇ ਆ, ਅਸੀਂ ਸੈਂਟਰ 'ਚ ਰਹਿੰਦੇ ਆ। ਅਸੀਂ ਮਾਨਵਤਾ ਦੀ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਇਦੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋ ਅਗਲਾ ਸਵਾਲ। ਹਾਂਜੀ ਹੁਣ ਤੁਹਾਡੇ ਸਵਾਲ ਹਾਂਜੀ ਤੁਹਾਡੇ ਜਵਾਬ ਤੋਂ ਮੇਰਾ ਸਵਾਲ ਹੈ। ਹਾਂਜੀ ਹਾਂਜੀ ਭਾਈ, ਤਾੜੀਆਂ ਨਾ ਮਾਰੋ। ਆਪਾਂ ਤਾੜੀਆਂ ਮਾਰਨ ਵਾਸਤੇ ਨਹੀਂ ਇਕੱਠੇ ਹੋਏ, ਸੰਵਾਦ ਕਰਨ ਵਾਸਤੇ ਇਕੱਠੇ ਹੋਏ ਆ। ਹਾਂਜੀ, ਸਰਕਾਰਾਂ ਨਹੀਂ ਸੁਣਦੀਆਂ, ਪਰ ਜਦੋਂ ਅਸੀਂ ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਸਾਨੂੰ ਸਾਡੇ ਲੀਡਰ ਵੀ ਭਰੋਸੇ 'ਚ ਨਹੀਂ ਲੈਂਦੇ। ਕੀ ਹੁਣ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਮੀਟਿੰਗ? ਮੈਂ ਤੁਹਾਨੂੰ ਇੱਕ, ਉਹ ਕਹਿੰਦੇ ਜਦੋਂ ਅਸੀਂ ਮਰਿਆ ਸਾਡੇ ਆਗੂਆਂ ਨੇ ਸਾਨੂੰ ਮਾਰਿਆ। ਬਿਲਕੁਲ ਜੀ, ਇਸ ਗੱਲ ਨੂੰ ਵਿਚਾਰਨਾ ਪਊਗਾ। ਇਸ ਗੱਲ ਨੂੰ ਸਾਨੂੰ ਪੁਰਾਣੇ ਵਰਤਾਰਿਆਂ ਤੋਂ ਸਿੱਖਣਾ ਪਊਗਾ। ਸਾਡੇ ਬਹੁਤ ਉਭਾਰ ਆਏ, ਪਹਿਲਾਂ ਸਰਬੱਤ ਖਾਲਸਾ ਬਰਗਾੜੀ ਵਾਲਾ ਮੋਰਚਾ, ਉਦੋਂ ਪਹਿਲਾਂ ਕਿਸਾਨਾਂ ਨੇ ਬੜੇ ਅੰਦੋਲਨ ਲੜੇ ਆ, ਗੋਲੀਆਂ ਖਾਧੀਆਂ, ਡੰਡੇ ਖਾਧੇ ਆ। ਆ ਜਿਹੜੇ ਇੱਥੇ ਸਾਡੇ ਬਜ਼ੁਰਗ ਬੈਠੇ ਆ, ਇਹਨਾਂ ਨੇ ਜਿਹੜੇ ਇਹਨਾਂ ਕੋਲੇ ਤਜਰਬੇ ਆ, ਆਈ ਨਹੀਂ ਆਏ ਹੋਏ ਵੀ ਮੀਟਿੰਗਾਂ 'ਚੋਂ ਸਿੱਖੇ ਆ ਇਹਨਾਂ ਨੇ। ਹਾਂਜੀ ਇਹਨਾਂ ਤੇ ਵੀ ਇਲਜ਼ਾਮ ਹੈ। ਇੱਕ ਮਿੰਟ, ਇਲਜ਼ਾਮ ਜ਼ਰੂਰ ਆ, ਮੈਂ ਤੁਹਾਨੂੰ ਜਵਾਬ ਦਿੰਦਾ। ਦੇਖੋ, ਅਸੀਂ ਹਮੇਸ਼ਾ ਕੀ ਹੁੰਦਾ, ਸਭ ਤੋਂ ਵੱਡੀ ਸਾਡੀ ਪ੍ਰੋਬਲਮ ਕੀ ਰਹੀ ਆ, ਅਸੀਂ ਕਹਿੰਦੇ ਆ ਵੀ ਆਹ ਕਾਨੂੰਨ ਆ ਗਿਆ, ਚਲੋ ਕੋਈ ਨਹੀਂ, ਇਹਦੇ 'ਚ ਮਾੜੀਆਂ ਹੀ ਸੋਧਾਂ ਲੈ ਲਓ ਯਾਰ, ਠੀਕ ਆ। ਅਗਲਾ ਕਾਨੂੰਨ ਆ ਗਿਆ, ਚਲੋ ਕੋਈ ਨਹੀਂ, ਥੋੜਾ ਜਿਹਾ ਕੰਪਰੋਮਾਈਜ਼ ਕਰ ਲੈਂਦੇ ਆ, ਮਾੜੀਆਂ ਹੀ ਸੋਧਾਂ ਲੈ ਲਓ। ਪਰ ਉਹ ਇੱਕ ਸਿਸਟਮ ਪਰਪੈਚੁਏਟ ਹੋ ਰਿਹਾ। ਜਦੋਂ ਤੱਕ ਯਹੂਦੀਆਂ ਕੋਲੇ, ਯਹੂਦੀ ਦੇਖੋ ਜਰਨਲ ਵੀ ਰਹੇ, ਵੱਡੇ ਵੱਡੇ ਅਹੁਦਿਆਂ ਤੇ ਰਹੇ, ਸਾਇੰਟਿਸਟ ਰਹੇ, ਆਇਨਸਟਾਈਨ ਵੀ ਯਹੂਦੀਆਂ 'ਚੋਂ ਆਇਆ। ਯਹੂਦੀ ਜਦੋਂ ਤੱਕ ਉਹ ਇਹੀ ਕਰਦੇ ਰਹੇ ਵੀ ਯਾਰ ਆ ਕੋਈ ਨਹੀਂ, ਆ ਕਾਨੂੰਨ ਬਣ ਗਿਆ, ਕੋਈ ਨਹੀਂ ਯਾਰ ਸਾਡੇ ਨਾਲ ਵਿਤਕਰਾ ਨਹੀਂ ਹੋਊਗਾ, ਆਹ ਮਾੜੀ ਜੀ ਗੱਲ ਮੰਨ ਲੈਂਦੇ ਆ, ਆਹ ਮਾੜੀ ਜੀ ਗੱਲ ਮੰਨ ਲੈਂਦੇ ਆ। ਪਰ ਇੱਕ ਦਿਨ ਉਹਨਾਂ ਤੇ ਹੌਲੋਕਾਸਟ ਹੋਇਆ, ਯਹੂਦੀਆਂ ਨੂੰ ਕਤਲੇਆਮ ਹੋਇਆ ਉਹਨਾਂ ਦਾ, ਕਿਉਂਕਿ ਉਹ ਮਾੜੀਆਂ ਗੱਲਾਂ ਮੰਨਦੇ ਰਹੇ। ਸਾਨੂੰ ਸਮਝਣਾ ਪਊਗਾ, ਸਪਸ਼ਟਤਾ ਰੱਖਣੀ ਪਊਗੀ, ਖੰਡਨ ਕਰਨਾ ਪਊਗਾ ਜਿਹੜੀ ਗੱਲ ਸਾਨੂੰ ਨਹੀਂ ਅੱਜ ਠੀਕ ਲੱਗ ਰਹੀ। ਇਹ ਸਾਨੂੰ ਪੁਰਾਣੇ ਵਰਤਾਰਿਆਂ ਤੋਂ ਸਿੱਖਣਾ ਪਊਗਾ। ਦੁਨੀਆ ਦੇ ਵੱਡੇ ਮੂਵਮੈਂਟਸ ਨੂੰ ਸਟੱਡੀ ਕਰਕੇ ਸਮਝਣਾ ਪਊਗਾ। ਫਿਰ ਸਾਡੀ ਰਣਨੀਤੀ ਵਿਉਂਤਬੰਦੀ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਧਿਰ ਨਾਲ ਲੜਾਈ ਆ, ਉੱਥੇ ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, CBI, ਇਹ ਗੱਲਾਂ ਦਾ ਮਤਲਬ ਨਹੀਂ ਹੈ ਜੋ ਕੁਛ। ਚਲੋ ਫਿਰ ਵੀ ਉਹ ਲੜਾਈ ਸਾਨੂੰ ਲੜਨੀ ਪੈਂਦੀ ਆ, ਪਰ ਸਾਨੂੰ ਲੜਾਈ ਜਿਹੜੀ ਵਿਉਂਤਬੰਦੀ ਕਰਨੀ ਅੱਜ ਬੜੇ ਢੰਗ ਨਾਲ ਤੇ ਆਪਸੀ ਸੰਵਾਦ ਰਚ ਕੇ, ਸਿਰ ਜੋੜ ਕੇ ਜਦੋਂ ਸਾਨੂੰ ਬੈਠਣਾ ਆ ਗਿਆ ਨਾ, ਸਾਨੂੰ ਵਿਵਾਦ ਤੋਂ ਜ਼ਿਆਦਾ ਸੰਵਾਦ ਕਰਨਾ ਆ ਗਿਆ, ਕੋਈ ਨਾ ਕੋਈ ਹੱਲ ਨਿਕਲੇ ਆਉਣਗੇ, ਹੱਲ ਨਿਕਲੇ ਆਉਂਦੇ ਹੁੰਦੇ। ਇੱਕ ਮੈਂ ਬੇਨਤੀ ਕਰਦਾ, ਇੱਕ ਮੇਰੀ ਗੱਲ ਸੁਣੋ। ਇੱਕ ਮਿੰਟ ਨਹੀਂ, ਮੈਂ ਬੈਠ ਨਹੀਂ ਹੈਗਾ, ਇੱਕ ਮਿੰਟ ਮੇਰੀ ਆਵਾਜ਼ ਉੱਤੇ ਹੀ ਆ ਜਾਣੀ, ਤੁਸੀਂ ਮੇਰੀ ਗੱਲ ਤਾਂ ਸੁਣੋ। ਕੈਮਰੇ 'ਚ ਅੱਛਾ ਬਹਿ ਜਾਣਾ। ਅੱਛਾ ਮੈਨੂੰ ਇੱਕ ਗੱਲ ਦੱਸੋ ਜੀ, ਅੱਜ ਆਪਾਂ ਇੱਥੇ ਇੱਕ ਮਿੰਟ ਯਾਰ, ਅੱਜ ਆਪਾਂ ਇੱਥੇ ਇਕੱਠੇ ਕਿਹਦੇ ਵਾਸਤੇ ਹੋਏ ਆ ਜੀ? ਖੇਤੀ ਵਾਸਤੇ। ਖੇਤੀ ਦੇ ਜਿਹੜੇ ਸਾਡੇ ਬਿੱਲ ਲਾਗੂ ਕਰਤੇ ਉਹਨਾਂ ਵਾਸਤੇ ਨਾ ਜੀ। ਇਹ ਕਿਸਾਨ ਯੂਨੀਅਨਾਂ ਨੇ, ਇਹ ਸਰਕਾਰ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਇਹ ਕੁਐਸਚਨ ਪੁੱਟ ਕਰੀਏ ਵੀ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਕਿਹੜੇ ਮੁੱਦੇ ਹੋਣਗੇ। ਜਦੋਂ ਅਸੀਂ ਆਪਣੇ ਪਹਿਲੇ ਮੁੱਦੇ ਤੋਂ ਹੀ ਭੱਜ ਗਏ, ਅਸੀਂ ਬਾਕੀ ਮੁੱਦਿਆਂ ਦਾ ਹੱਲ ਕਿਵੇਂ ਕਰਾਵਾਂਗੇ ਜੀ? ਜੇ ਅੱਜ ਕੋਈ ਗੱਲ ਉਰੇ ਹੋਣੀ ਚਾਹੀਦੀ ਆ ਤਾਂ ਅੱਜ ਹੋਣੀ ਚਾਹੀਦੀ ਆ ਖੇਤੀ ਦੀ ਤੇ ਕਿਸਾਨ ਯੂਨੀਅਨਾਂ ਦੀ। ਕਿਸਾਨ ਯੂਨੀਅਨਾਂ ਦੇ ਨਾਲ, ਸਾਡੇ ਨਾਲ ਅਕਸਰ ਕਹਿ ਦਿੱਤਾ ਜਾਂਦਾ ਸਾਡੇ 'ਚ ਜੋਸ਼ ਹੈ, ਇਹਨਾਂ ਕੋਲ ਹੋਸ਼ ਹੈ। ਇਹਨਾਂ ਤੋਂ ਸਲਾਹਾਂ ਲੈ ਕੇ ਅੱਜ ਇੱਥੇ 14 ਮੈਂਬਰੀ ਕਮੇਟੀ ਬਣ ਗਈ। ਇੱਕ ਮੈਂ ਗੱਲ ਕਹਿਣੀ ਚਾਹੁੰਦਾ, 7 ਮੈਂਬਰ ਉਹਨਾਂ ਦੇ, 7 ਮੈਂਬਰ ਸਾਡੇ। 7 ਮੈਂਬਰ ਸਾਡੇ ਕਿਵੇਂ ਹੋ ਗਏ? ਸਾਡੀ ਇੰਡਸਟਰੀ 'ਚੋਂ ਅਸੀਂ ਉਹਦੇ 4-5 ਭਰਾ ਵੀ ਨਹੀਂ ਹੈਗੇ, 7 ਵੀ ਨਹੀਂ ਪੂਰੇ ਹੈਗੇ, ਤਾਂ 7 ਅਸੀਂ ਆਪਦੇ ਆਪ ਨੂੰ ਮੈਂਬਰ ਕਿਵੇਂ ਮੰਨ ਲਈਏ? ਕੀ ਇੰਡਸਟਰੀ ਨੂੰ ਜਾ ਕੇ ਕਹੀਏ ਵੀ ਅਸੀਂ ਉੱਥੇ ਕਮੇਟੀ 'ਚ ਗਏ ਸੀ ਤੇ ਅਸੀਂ ਮੈਂਬਰ ਬਣ ਕੇ ਆ ਗਏ? ਕੌਣ ਸਾਡਾ ਸਾਥ ਦਊਗਾ ਜੀ? ਹਰ ਇੱਕ 'ਚ ਬੰਦੇ 'ਚ ਈਰਖ ਹੈ। ਉਹ ਕਹੂਗਾ ਤੁਸੀਂ ਪ੍ਰਧਾਨ ਬਣ ਕੇ ਅਸੀਂ ਤੁਹਾਡੇ ਤੋਂ ਕੀ ਲੈਣਾ? ਜੇ ਅੱਜ ਗੱਲ ਕਰੀਏ ਤਾਂ ਅੱਜ ਅਸੀਂ ਕਮੇਟੀਆਂ ਦੀ ਨਹੀਂ, ਗਰਾਊਂਡ ਰਿਐਲਿਟੀ ਤੇ ਜਾਣਾ ਪੈਣਾ, ਭਾਈਚਾਰੇ ਨਾਲ ਗੱਲ ਕਰਨੀ ਪੈਣੀ ਹੈ। ਇੱਥੋਂ ਹੀ ਤਾਂ ਸਾਰਾ ਤਾਣਾ ਬਣਾ ਉਲਝਦਾ। ਅੱਜ ਅਸੀਂ ਇੱਥੇ ਕਮੇਟੀ ਬਣਾ ਲਈ, ਉਹਦੇ ਮੈਂਬਰ ਵੀ ਬਣ ਗਏ। ਜੇ ਕੱਲ ਨੂੰ 6 ਕਲਾਕਾਰਾਂ ਨੇ ਵਿਰੋਧ ਕਰਤਾ ਵੀ ਯਾਰ ਮੈਂ ਅੱਗੇ ਹਰ ਇੱਕ ਦੀ ਸਲਾਹ ਲੈਣੀ ਤਾਂ ਜ਼ਰੂਰੀ ਹੈ ਨਾ ਜੀ। ਪਹਿਲੀ ਮੈਂ ਇਹ ਸਮਝਦਾ ਵੀ ਗੱਲ ਇੱਥੇ ਸਿਰਫ ਹੋਣੀ ਚਾਹੀਦੀ ਹੈ ਇਹਨਾਂ ਬਿੱਲਾਂ ਦੀ ਕਿ ਸਾਡੀ ਅੱਗੇ ਰਣਨੀਤੀ ਕੀ ਹੈ, ਅਸੀਂ ਇਹਨਾਂ ਦਾ ਬਾਈਕਾਟ ਕਿਵੇਂ ਕਰਨਾ ਹੈ। ਉਰੇ ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਹੈ ਜੀ ਉਹ ਸਰਕਾਰਾਂ ਦੇ ਕੰਮ ਨੇ, ਉਹ ਸਾਡੇ ਕੰਮ ਨਹੀਂ। ਅਸੀਂ ਅੱਜ ਕਿਸਾਨ ਯੂਨੀਅਨ ਨਾਲ ਆ ਕੇ ਖੜੇ ਆ, ਨਾ ਕਿ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਇੱਕ ਆਪਦਾ ਫਰੰਟ ਕੱਢਾਂਗੇ ਤੇ ਤੁਹਾਡੇ ਮਸਲੇ ਹੱਲ ਕਰਾਂਗੇ। ਕੱਲ ਨੂੰ ਤੁਸੀਂ ਕਹੋਗੇ ਜੀ ਤੁਸੀਂ ਤਾਂ ਉੱਥੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਵੀ ਅਸੀਂ ਆਹ ਵੀ ਮਸਲਾ ਹੱਲ ਕਰਾਵਾਂਗੇ, ਅਸੀਂ ਆਹ ਵੀ ਮਸਲਾ, ਇਹਦੀ ਵੀ ਲੜਾਈ ਲੜਾਂਗੇ। ਅਸੀਂ ਆਪਣਾ ਕਿੱਤਾ ਕਰਾਂਗੇ ਕਿ ਅਸੀਂ ਸਰਕਾਰ ਬਣਾਵਾਂਗੇ, ਇਹ ਗੱਲ ਨਹੀਂ ਹੈਗੀ। ਜੇ ਅੱਜ ਕੋਈ ਗੱਲ ਹੋਣੀ ਚਾਹੀਦੀ ਹੈ ਤਾਂ ਕੱਲੀ ਖੇਤੀ ਦੀ
ਤੇ ਜਿਹੜੇ ਇਹ ਬਿੱਲ ਨੇ ਇਹਨਾਂ 'ਚ ਸੋਧ ਹੋ ਸਕਦੀ ਹੈ ਜਾਂ ਇਹ ਰੱਦ ਹੋ ਸਕਦੇ ਨੇ, ਉਹਨਾਂ ਦੀ ਗੱਲ ਕਰੀਏ। ਅੱਜ ਆਪਾਂ ਕੋਈ ਹੋਰ ਗੱਲ ਨਾ ਕਰੀਏ ਜੀ, ਨਾ ਕਿਸੇ ਖਾਲਸਾ ਦੀ ਤੇ ਨਾ ਕਿਸੇ ਦੂਜੇ ਮੁੱਦੇ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿੱਥੇ ਆਪਣੇ ਆਰਟਿਸਟਾਂ ਦੀ, ਜਿਵੇਂ ਜੱਸ ਨੇ ਗੱਲ ਕੀਤੀ ਹੈ, ਕੁਦਰਤ ਵੱਲੋਂ ਇਹ ਸਾਡੇ ਜਿਹੜਾ ਪੰਜਾਬੀ ਜਿੰਨਾ ਵੀ ਇੰਡਸਟਰੀ ਆ ਸਾਰਿਆਂ 'ਚ ਏਕਾ ਬਹੁਤ ਆ। ਜਦੋਂ ਕਿਸੇ ਦਾ ਇੱਕ ਗਾਣਾ ਵੀ ਆਉਂਦਾ ਨਾ ਤਾਂ ਸਾਰੀ ਇੰਡਸਟਰੀ ਸ਼ੇਅਰ ਕਰਦੀ ਆ, ਔਰ ਉਹ ਰਾਤੇ ਰਾਤ ਲੱਖਾਂ ਬੰਦਿਆਂ ਤੱਕ ਸਾਰੀ ਦੁਨੀਆ 'ਚ ਪਹੁੰਚ ਜਾਂਦਾ, ਕੈਨੇਡਾ, ਅਮਰੀਕਾ, ਜਿੱਥੇ ਮਰਜ਼ੀ ਲਾ ਲਓ। ਪਰ ਜੇ ਹੁਣ ਜਦੋਂ ਚੰਗਾ ਇਹ ਸੋਸ਼ਲ ਮਤਲਬ ਜੋ ਸਾਡੇ ਘਰ ਦੇ ਵਿੱਚ ਮਤਲਬ ਡਾਕੂ ਵੜ ਗਏ, ਉਸ ਵੇਲੇ ਜੋ ਵੀ ਇਨਫੋਰਮੇਸ਼ਨ ਹੋਊਗੀ, ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਆਰਟਿਸਟ ਇਸ ਗੱਲ ਤੋਂ ਮਨਾ ਕਰੂਗਾ। ਪਰ ਫਿਰ ਵੀ ਸਾਡੀ ਉਹਨਾਂ ਨੂੰ ਇੱਕ ਵਾਰੀ ਜਾ ਕੇ ਗੱਲ ਕਰਨੀ ਬਣਦੀ ਹੈ ਕਿ ਭਰਾ ਆਹ ਕੰਮ ਆਪਾਂ ਕਰਨ ਲੱਗੇ ਆ, ਤੁਸੀਂ ਸਹਿਮਤ ਹੋ ਨਾਲ? ਪਰ ਮੈਨੂੰ ਇੰਨਾ ਯਕੀਨ ਆ ਕਿ ਕੋਈ ਵੀ ਬੰਦਾ ਇਸ ਗੱਲ ਤੋਂ ਮਨਾਹੀ ਨਹੀਂ ਕਰੂਗਾ। ਤੇ ਤੀਜੀ ਗੱਲ ਇਹ ਆ, ਅਸੀਂ ਇੱਕ ਜੋ ਤੀਜਾ ਫਰੰਟ ਕੱਢਣ ਨਹੀਂ ਦਵਾਂਗੇ। ਜੇ ਤੁਸੀਂ ਚਾਹੁੰਦੇ ਹੋ ਵੀ ਇੱਥੋਂ ਇੱਕ ਤੀਜਾ ਫਰੰਟ ਨਿਕਲੇ ਤੇ ਉਹ ਆ ਕੇ ਲੋਕਾਂ ਦੀ ਗੱਲ ਕਰੇ, ਨਹੀਂ, ਫਰੰਟ ਸਾਡੇ ਕੋਲ ਪਹਿਲਾਂ ਹੀ ਬਹੁਤ ਨੇ। ਜੇ ਅਸੀਂ ਫਰੰਟ ਹੀ ਬਣਾਉਣਾ ਤਾਂ ਫਿਰ ਅਸੀਂ ਉਹਨਾਂ ਸਰਕਾਰਾਂ ਦੇ ਪਿੱਛੇ ਹੀ ਲੱਗ ਸਕਦੇ ਹਾਂ। ਇਹਦੇ ਚੋਂ ਰਾਜਨੀਤੀ ਨਹੀਂ ਹੋਣ ਦਵਾਂਗੇ। ਹਾਂ ਜੀ, ਦੱਸਦੇ ਆ। ਉਹ ਵੀ ਕਲਾਕਾਰ ਹੈ ਜੀ, ਜੇ ਦਲੇਰ ਮਹਿੰਦੀ ਉਹ ਜੀ ਆਪਣਾ ਧੜਾ ਬਣਾ ਕੇ ਜੀ, ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਹੇ ਔਰ ਅੱਗੇ ਵੀ ਕਰਾਂਗੇ। ਪੰਜਾਬ ਦੇ ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਿਹਾ, ਅੱਗੇ ਵੀ ਕਰਾਂਗੇ। ਇਸ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਨਾਲ ਨਹੀਂ ਚੱਲੂਗਾ ਉਹਦਾ ਸਾਰੇ ਕਲਾਕਾਰ ਬਾਈਕਾਟ ਕਰਨਗੇ। ਸਾਨੂੰ ਉਹਦੇ ਕੋਈ ਫਰਕ ਨਹੀਂ। ਜੇ ਕੋਈ ਬੰਦਾ ਇਦਾਂ ਕਰਦਾ ਆ, ਜੇ ਕੋਈ ਬੰਦਾ ਨਹੀਂ ਸਾਥ ਦੇਣਾ ਚਾਹੁੰਦਾ, ਉਹ ਉਹਦੀ ਮਰਜ਼ੀ ਆ। ਅਸੀਂ ਉਹਨੂੰ ਕੀ ਕਹਿਣਾ, ਅਸੀਂ ਕਰ ਰਹੇ ਹਾਂ, ਕੋਈ ਵੀ ਬਣਾ ਸਕਦਾ ਜੀ, ਜੋ ਮਰਜ਼ੀ ਕਰ। ਇਹਨਾਂ ਨੇ ਪਹਿਲਾਂ ਸਵਾਲ ਹੈ ਪਲੀਜ਼। ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਇਤਰਾਜ਼ ਹੋਇਆ ਕਿ ਜਿਹੜੇ ਕਲਾਕਾਰ ਆਉਂਦੇ ਨੇ ਉਹ ਫੋਟੋਆਂ ਖਿਚਾਉਂਦੇ ਨੇ, ਸੈਲਫੀਆਂ ਖਿਚਾਉਂਦੇ ਨੇ ਤੇ ਸਟੇਜ ਤੋਂ ਬਾਰ-ਬਾਰ ਇਹ ਕਿਹਾ ਗਿਆ ਕਿ ਜਾਬਤੇ 'ਚ ਰਹੋ, ਜਾਬਤੇ 'ਚ ਰਹੋ। ਇੱਕ ਢੰਗ ਦੇ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਭਰਾਵੋ, ਪੰਜਾਬ ਵਾਲਿਆਂ ਨੂੰ ਇਕੱਠੇ ਹੋ ਲੈਣ ਦਿਓ ਯਾਰ, ਹੋ ਲੈਣ ਦਿਓ। ਸਾਡੇ ਲੱਖਾਂ ਮਤਭੇਦ ਨੇ, ਪੰਜਾਬ ਵਿੱਚ ਇੱਕ ਹੋਣਾ ਚਾਹੁੰਦੇ ਆ। ਦੁਨੀਆ ਨੂੰ ਪੁੱਛਦੇ ਆ ਅੱਗੇ ਹੋਊਗਾ ਇਸ ਤਰ੍ਹਾਂ ਕਿ ਨਹੀਂ ਹੋਊਗਾ। ਲੱਖੇ ਭਾਈ ਕੋਈ ਗੱਲ ਸਾਡੀ ਗੱਲਬਾਤ ਹੋ ਗਈ ਇਹ ਦੇਖੋ, ਉਹ ਨਹੀਂ ਬਣੀ ਭਰਾਵਾ, ਨਹੀਂ ਬਣੀ। ਅੱਜ ਪ੍ਰਪੋਜ਼ਲ ਆਇਆ, ਹਲੇ ਬਣੀ ਨਹੀਂ। ਨਹੀਂ ਹਜੇ ਗੱਲ ਸ਼ੁਰੂ ਹੋਈ ਹੈ। ਇਹ ਤਜਰਬਾ ਹੋ ਜੂਗਾ, ਜਵਾਬ ਦੇਣਗੇ ਮੀਡੀਆ ਦਾ ਸਾਰਾ। ਦੇਖੋ, ਅਜੇ ਮੀਡੀਆ ਦਾ ਜਵਾਬ ਦੇਣ ਦਾ ਤਜਰਬਾ ਨਹੀਂ ਹੈ। ਜਵਾਬ ਦੇਣਗੇ, ਉਹਨਾਂ ਦਾ ਕਮੇਟੀ ਬਣੀ ਹੈ ਔਰ ਕਮੇਟੀ ਨੂੰ ਸਕਸੈਸ ਕਰਾਵਾਂਗੇ, ਉਹਨਾਂ ਦੀ ਸਲਾਹ ਕਰਾਵਾਂਗੇ। ਦੇਖੋ, ਇਹਨਾਂ ਨੇ ਕਲਾਕਾਰਾਂ ਦੇ ਤੌਰ ਤੇ ਸਾਡੇ ਨਾਲ ਇੱਕ ਕਮੇਟੀ ਬਣ ਗਈ, ਨੰਬਰ 1। ਨੰਬਰ 2, ਜਿਹੜੇ ਕਲਾਕਾਰ ਆਪਣਾ ਸਨੀ ਦਿਓਲ ਜਾਂ ਆਪਣੇ ਕੀ ਹੰਸਰਾਜ ਕਲਾਕਾਰ ਥੋੜੀ ਜਾ ਕੇ ਸਿਆਸਤਦਾਨ ਬਣ ਨਹੀਂ, ਕਲਾਕਾਰ ਉਹ ਨੈਸ਼ਨਲ ਮੀਡੀਆ ਦਾ ਸਾਥ ਦੇ ਯਾਰ, ਤੁਸੀਂ ਦਾ ਸਾਥ ਦੇ ਦਿਓ ਯਾਰ। ਪੰਜਾਬ ਦਾ ਹਮੇਸ਼ਾ ਚੱਲ, ਤੁਸੀਂ ਦਾ ਸਾਥ ਦੇ ਦਿਓ ਯਾਰ। ਤੁਸੀਂ ਐ ਦੀਆਂ ਚੋਪਾ ਮਾਰਦੇ ਹੋ, ਚੋਪਾ ਮਾਰਦੇ ਹੋ, ਤੁਸੀਂ ਗੱਲ ਕਿਉਂ ਲੈ ਜਾਂਦੇ ਦੇਖੋ, ਮੈਂ ਤੁਹਾਡੇ ਸਾਹਮਣੇ ਸਹੀ ਆ, ਦੱਬੀ ਆਓ। 25 ਇੱਕ ਛੋਟੀ ਜਿਹੀ ਗੱਲ, ਨਹੀਂ, ਮੈਂ ਜਿਹੜੀ ਗੱਲ ਉਧਰੋਂ ਆਈ ਸੀ, ਇੱਕ ਮਿੰਟ ਭਾਈ ਸੁਣ ਲਓ। ਜਿਹੜੀ ਗੱਲ ਉਧਰੋਂ ਆਈ ਹੈ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸਾਨ ਜਥੇਬੰਦੀਆਂ ਨੇ, ਅਗਰ ਕੋਈ ਇਸ ਕਿਸਮ ਦੀ ਗੱਲ ਹੋਈ ਹੈ ਕਿਤੇ ਕਿਸੇ ਕਲਾਕਾਰ ਨਾਲ ਜੋ ਇੱਧਰੋਂ ਦੇ ਕਿਤੋਂ ਆਈ ਹੈ, ਅਸੀਂ ਇਹ ਕਿਹਾ ਕਿ ਜਦੋਂ ਹੁਣ ਅਸੀਂ ਇਕੱਠੇ ਹੋ ਕੇ ਚੱਲਾਂਗੇ, ਆਪਸ ਚ ਗੱਲਬਾਤ ਕਰਕੇ ਚੱਲਾਂਗੇ, ਇੱਕ ਦੂਸਰੇ ਦੀ ਭਾਈਚਾਰਕ ਉਸ ਨਾਲ ਚੱਲਾਂਗੇ, ਤਾਂ ਅੱਗੇ ਤੋਂ ਉਹ ਚੀਜ਼ ਨਹੀਂ ਹੋਊਗੀ, ਮਿਟੀਗੇਟ ਹੋਊਗੀ। ਨੰਬਰ 1, ਜੇ ਕਿਤੇ ਹੋਈ ਹੈ ਤਾਂ ਅਸੀਂ 31 ਕਿਸਾਨ ਜਥੇਬੰਦੀਆਂ ਨੇ ਇਹਨੂੰ ਮਹਿਸੂਸ ਕਰ ਲਿਆ। ਸੋ ਇਸ ਕਰਕੇ ਇਹ ਜਿਹੜੀ ਪ੍ਰੋਬਲਮ ਹੈ, ਇਹ ਕਿਸੇ ਉਹ ਭਰਾਵੋ, ਅਸੀਂ ਪੰਜਾਬ ਦੀ ਕਿਸਾਨੀ ਲਈ, ਪੰਜਾਬ ਦੇ ਭਲੇ ਲਈ ਸਿਰ ਜੋੜਨ ਆਏ ਆ। ਬਸ ਤੁਸੀਂ ਸਾਡਾ ਸਾਥ ਦੇ ਦਿਓ। ਥੈਂਕ ਯੂ। ਕਰਨਾ ਚਾਹੁੰਦੀ ਹੈ ਜਿਹੜੀ ਬਾਈ ਨੇ ਕਹੀ, ਕਲਾਕਾਰ ਸਿਰਫ ਮੈਂ ਇਹਦੇ ਵਿੱਚ ਸਿਰਫ ਇੱਕ ਗੱਲ ਐਡ ਕਰਨਾ ਚਾਹੁੰਦੀ ਆ ਭਾਜੀ ਉਧਰਲੇ ਤੇ ਮੈਂ ਕਿ ਕੋਈ ਨਾ ਕੋਈ ਮੈਂ ਇਹਦੇ ਵਿੱਚ ਬਸ ਇੱਕੋ ਗੱਲ ਐਡ ਕਰਨੀ ਚਾਹੁੰਦੀ ਆ ਕਿ ਜਿਹੜੀ ਇਹਨਾਂ ਦੀ ਆਵਾਜ਼ ਹੈ, ਅਸੀਂ ਇਹਨਾਂ ਦੀ ਆਵਾਜ਼ ਬਣਾਂਗੇ। ਅਸੀਂ ਕਲਾਕਾਰ ਆ, ਸਾਨੂੰ ਲੋਕ ਸੁਣਦੇ ਆ, ਸਾਨੂੰ ਫੋਲੋ ਕਰਦੇ ਆ। ਸੋ ਜੋ ਇਹ ਸਿਆਣੇ ਨੇ, ਸਾਥੋਂ ਬਹੁਤ ਸਿਆਣੇ ਨੇ, ਸਾਨੂੰ ਤਾਂ ਕੁਝ ਵੀ ਨਹੀਂ ਪਤਾ। ਇਹ ਜੋ ਇਹਨਾਂ ਦਾ ਹੁਕਮ ਹੋਊਗਾ, ਅਸੀਂ ਇਹਨਾਂ ਦੀ ਆਵਾਜ਼ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ, ਸਾਡਾ ਕੰਮ ਇਹ ਹੋਊਗਾ ਜੀ। ਬਾਕੀ ਜਿਹੜੀ ਤੁਸੀਂ ਇੱਕ ਆਰਟਿਸਟਾਂ ਦੀ ਇੱਕ ਇੱਜ਼ਤ ਨਹੀਂ ਹੋਈ ਜਾਂ ਕੁਝ ਵੀ ਹੋਇਆ, ਅਸੀਂ ਉਹਨਾਂ ਭਰਾਵਾਂ ਨੂੰ ਮਿਲਾਂਗੇ ਜਾ ਕੇ, ਕਿਉਂਕਿ ਅਸੀਂ ਇਹ ਮੁੱਦਾ ਉਠਾਇਆ ਸੀ। ਉਹਨਾਂ ਨੇ ਕਿਹਾ ਕਿ ਅੱਗੇ ਤੋਂ ਇਹ ਚੀਜ਼ ਕਦੇ ਨਹੀਂ ਹੋਊਗੀ, ਸਾਨੂੰ ਤੁਹਾਡੀ ਲੋੜ ਆ, ਸੋ ਅਸੀਂ ਰਲ ਕੇ ਚੱਲਾਂਗੇ ਜੀ। ਸਾਨੂੰ ਬਹੁਤ ਮਜ਼ਾ ਆ ਕੇ ਗੱਲ ਆਖੀ ਹੈ ਕਿ ਸਾਡਾ ਕਿਸਾਨੀ ਮੁੱਦੇ ਤੋਂ ਸਿਵਾ ਕੋਈ ਮੁੱਦਾ ਨਹੀਂ। ਔਰ ਉਸ ਗੱਲ ਦੇ ਉੱਤੇ ਆਪਾਂ ਤੁਰ ਪਏ। ਬਿਲਕੁਲ ਸਾਡਾ ਕੋਈ ਦੋਰਾਵਾ ਨਹੀਂ ਕਿ ਗੱਲ ਨੋਟ ਕਰ ਰਹੇ ਹੋ। ਜਿਹੜੇ ਕਿਤੇ ਸਾਡੇ ਕਿਤੇ ਹੋਈਆਂ ਗੱਲਾਂ ਪਿੱਛੇ
ਦੇਖੋ ਜਦੋਂ ਮੀਟਿੰਗ ਹੁੰਦੀ ਹੈ ਜੀ ਉਹ ਇਕੱਠੇ ਮਿਲ ਕੇ ਬੈਠੀ ਦਾ ਉਦੋਂ ਵਾਧਾ ਘਾਟਾ ਨੂੰ ਸੈੱਟ ਕਰ ਲਿਆ ਜਾਂਦਾ ਹੈ, ਉਹ ਸੈੱਟ ਹੋ ਚੁੱਕੀ ਹੈ, ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ ਹੈ। ਸਭ ਅਸੀਂ ਇਹਨਾਂ ਬੱਚਿਆਂ ਨੇ ਜਿਹੜੀ ਸਾਨੂੰ ਗੱਲ ਕਹੀ ਹੈ, ਮੈਨੂੰ ਬਹੁਤ ਚੰਗੀ ਲੱਗੀ ਹੈ ਮੁੰਡੇ ਨੇ ਜਿਹੜੀ ਗੱਲ ਕਹੀ ਹੈ, ਔਰ ਲੱਗੀ ਵੀ ਹੁਣ ਮਨ ਨੂੰ ਲੱਗ ਰਹੀ ਹੈ ਵੀ ਠੀਕ ਹੈ, ਇਹ ਇੱਕ ਸਾਡੇ ਕੋਲੇ ਪਲੇਟਫਾਰਮ ਆ ਗਿਆ। ਸਾਡੀ ਗੱਲ ਨੂੰ ਨੌਜਵਾਨਾਂ ਦੇ ਵਿੱਚ ਇਹਨਾਂ ਨੇ ਇੱਥੋਂ ਤੱਕ ਕਸਮ ਖਾਣ ਵਾਲੀ ਗੱਲ ਕੀਤੀ ਹੈ ਕਿ ਅਸੀਂ ਤੁਹਾਡੀ ਗੱਲ ਨੂੰ ਨੌਜਵਾਨਾਂ ਨੂੰ ਦੇ ਵਿੱਚ ਲੈ ਕੇ ਜਾਵਾਂਗੇ ਔਰ ਉੱਥੋਂ ਤੱਕ ਵੀ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਦੇਖਿਓ ਕਿਤੇ ਤਿਲਕ ਨਾ ਜਾਇਓ। ਜੀ ਇੱਥੋਂ ਤੱਕ ਕਿਹਾ ਹੈ ਕਿ ਅਸੀਂ ਤਿਲਕਣ ਤੋਂ ਵੀ ਨੌਜਵਾਨਾਂ ਨੂੰ ਬਚਾਵਾਂਗੇ। ਹੋ ਸਕਦਾ ਸਾਥੋਂ ਉਹ ਬੱਚੇ ਤਿਲਕਣ ਤੋਂ ਨਾ ਬਚਣ, ਇਹ ਬਚਾ ਸਕਣ। ਮੈਂ ਕਹਿੰਦਾ ਸਾਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਮਿਲਿਆ, ਸਾਡੇ ਨੌਜਵਾਨ ਬੱਚੇ ਸਾਡੇ ਸਾਡਾ ਸਾਥ ਦੇ ਰਹੇ ਆ। ਔਰ ਮੈਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿੰਨੇ ਤੁਸੀਂ ਕਲਾਕਾਰ ਨੌਜਵਾਨ ਆਏ ਹੋ ਔਰ ਨਾਲ ਹੀ ਜਿਹੜੇ ਮੀਡੀਆ ਵਾਲੇ ਵੀਰ ਆ ਜਿਨ੍ਹਾਂ ਨੇ ਤੁਸੀਂ ਬੜਾ ਵਧੀਆ ਤਰੀਕੇ ਤੋਂ ਲੈ ਕੇ ਸਾਡਾ ਸਾਥ ਦਿੱਤਾ, ਸਹਿਯੋਗ ਕੀਤਾ, ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਹੋਇਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੇ ਇਸ ਮੀਟਿੰਗ ਬੜਾ ਸਹਿਯੋਗ ਦਿੱਤਾ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਪਰ ਮੈਨੂੰ ਲੱਗਦਾ ਤੁਹਾਡਾ ਧੰਨਵਾਦ ਅਸੀਂ ਕਰਨਾ ਨਹੀਂ, ਕਿਉਂਕਿ ਤੁਸੀਂ ਸਰਕਾਰ ਦੇਖੋ ਗੱਲ ਕੀ ਹੈ, ਹਲੇ ਅਸੀਂ ਅੱਜ ਸ਼ੁਰੂਆਤ ਹਲੇ ਤਾਂ ਬੜੀ ਨਹੀਂ, ਇਹਨੂੰ ਸੋਚਾਂਗੇ ਹਲੇ ਬੜੀ ਨਹੀਂ ਕਮੇਟੀ। ਮੈਂ ਚੱਲ ਸੁਣ ਲਿਓ ਧਿਆਨ ਨਾਲ, ਸਾਰਾ ਮੀਡੀਆ ਧਿਆਨ ਨਾਲ ਸੁਣ ਲਿਓ, ਹਜੇ ਕਮੇਟੀ ਨਹੀਂ ਬਣੀ। ਬਈ ਹੋ ਗਿਆ ਯਾਰ, ਦੀ ਵਿਉਂਤਬੰਦੀ ਹੋਈ ਹੈ ਕਿ ਅਸੀਂ ਇਹਨੂੰ ਅੱਗੇ ਕਿਵੇਂ ਚੱਲਣਾ ਹੈ, ਕਿਉਂਕਿ ਸਲਾਹ ਮਸ਼ਵਰਾ ਇਹਨਾਂ ਨੇ ਵੀ ਤਾਂ ਹਜੇ ਆਪਦੇ ਹੋਰ ਜਿਹੜੇ ਕਲਾਕਾਰ ਵੀ ਹੈ ਸਾਰਿਆਂ ਦਾ ਸਲਾਹ ਮਸ਼ਵਰਾ ਕਰਨਾ ਹੈ। ਉਹਦੇ ਵਾਸਤੇ ਆਪਾਂ ਸਾਰੇ ਮਿਲ ਕੇ ਇੱਕ ਬੈਠਾਂਗੇ ਕਿ ਅਸੀਂ ਬੈਠ ਕੇ ਇਹਦਾ ਹੱਲ ਲੱਭਾਂਗੇ। ਕੋਈ ਗੱਲ ਨਹੀਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।